ਹੁਣ ਅਸੀਂ ਇਸ ਵੇਲੇ ਖੜੇ ਹਾਂ ਲਾਲਪੁਰ ਖਾਲਸਾ ਕਾਲਜ ਦੇ ਅੰਦਰ ਬਣਿਆ ਹੋਇਆ ਇਹ ਵਿਰਾਸਤੀ ਘਰ। ਇਹ ਘਰ ਜਿਹੜਾ ਕਿ ਸਾਡੇ ਸੱਭਿਆਚਾਰ ਦੀ ਪਹਿਚਾਣ ਹੈ, ਸਾਡੇ ਰੀਤੀ ਰਿਵਾਜਾਂ ਦਾ ਇੱਕ ਇਹੋ ਜਿਹਾ ਨਿਸ਼ਾਨ ਹੈ ਜਿਹੜਾ ਸਾਨੂੰ ਭੁੱਲਣ ਨਹੀਂ ਦਿੰਦਾ ਕਿ ਸਾਡਾ ਸੱਭਿਆਚਾਰ ਕੀ ਸੀ, ਸਾਡੀ ਪੁਰਾਣੀ ਪੀੜ੍ਹੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ, ਫਿਰ ਚਾਹੇ ਉਹ ਰੋਟੀ ਪਕਾਉਣ ਤੋਂ ਲੈ ਕੇ ਕੱਪੜੇ ਸੀਣ ਤੱਕ ਹੀ ਕਿਉਂ ਨਾ ਹੋਵੇ। ਹਾਂਜੀ, ਤੁਹਾਡਾ ਵਿਰਾਸਤੀ ਘਰ, ਅਸੀਂ ਉਹਦੇ ਬਾਹਰ ਹਾਂ। ਕਿੱਦਾਂ ਦਾ ਲੱਗਦਾ ਹੈ? ਤੁਸੀਂ ਕਾਲਜ 'ਚ ਪੜ੍ਹਦੇ ਹੋ, ਆਉਂਦੇ ਹੋ ਇੱਥੇ ਅੰਦਰ? ਹਾਂਜੀ, ਸਾਨੂੰ ਬਹੁਤ ਵਧੀਆ ਲੱਗਦਾ ਇੱਥੇ। ਅਸੀਂ ਇੱਦਾਂ ਪਹਿਲਾਂ ਦੇਖਿਆ ਨਹੀਂ ਸੀ। ਹਾਂਜੀ, ਕੋਈ ਵੀ ਚੀਜ਼ ਜਿਹੜੀ ਅੰਦਰ ਪਈ ਹੈ ਨਹੀਂ ਸੀ ਦੇਖੀ? ਨਹੀਂ। ਤੇ ਹੁਣ ਕਿੱਦਾਂ ਦਾ ਲੱਗਦਾ? ਕਿੰਨਾ ਟਾਈਮ ਤੁਸੀਂ ਇੱਥੇ ਸਪੈਂਡ ਕਰਦੇ ਹੋ? ਜਦੋਂ ਫ੍ਰੀ ਪੀਰੀਅਡ ਹੁੰਦਾ ਫਿਰ ਇੱਥੇ ਹੀ ਹੁੰਦੇ ਆ। ਬਹੁਤ ਵਧੀਆ ਲੱਗਦਾ ਸੀ, ਕਦੀ ਦੇਖਿਆ ਹੀ ਨਹੀਂ ਸੀਗਾ। ਹਾਂਜੀ, ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇੱਥੇ ਵਿਰਾਸਤੀ ਘਰ 'ਚ ਬੈਠ ਕੇ? ਜਿਵੇਂ ਸਾਡੇ ਕਾਲਜ 'ਚ ਹੀ ਮੈਂ ਪਹਿਲੀ ਵਾਰੀ ਵੇਖਿਆ, ਮੈਂ ਕਦੇ ਬਾਹਰ ਕਿਤੇ ਹੋਰ ਇਹ ਕਲਚਰ ਨਹੀਂ ਵੇਖਿਆ ਅਤੇ ਸਾਡੇ ਟਾਈਮ 'ਚ ਤਾਂ ਹੈ ਵੀ ਨਹੀਂ ਇੱਦਾਂ ਦੇ ਘਰ। ਇੱਧਰ ਆ ਕੇ ਬਹੁਤ ਵਧੀਆ ਲੱਗਦਾ ਕਿ ਹਜੇ ਵੀ ਕਲਚਰ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ। ਸਾਡਾ ਖੂਹ ਵਗੈਰਾ ਵੀ ਪਿੱਛੇ ਬਣੇ ਹੋਏ ਆ ਅਤੇ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਕਿ ਹਾਂ, ਸਾਡਾ ਕਲਚਰ ਹਜੇ ਵੀ ਹੈਗਾ। ਤੇ ਤੁਸੀਂ ਫ੍ਰੀ ਪੀਰੀਅਡ 'ਚ ਬੈਠਦੇ ਹੋ, ਫਿਰ ਇੱਥੇ ਆ ਕੇ ਟਾਈਮ ਸਪੈਂਡ ਕਰਦੇ ਹੋ? ਹਾਂਜੀ, ਫਰੈਂਡਸ ਨਾਲ ਜਿਵੇਂ ਟਿਫਿਨ ਵਗੈਰਾ ਇੱਧਰ ਬਹਿ ਕੇ ਖਾ ਲਈਦਾ ਕਈ ਵਾਰੀ। ਸਤਿ ਸ਼੍ਰੀ ਅਕਾਲ। HSN TV ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਹਾਂ ਸ਼ੀਤਲ ਠਾਕੁਰ। ਅਸੀਂ ਵੱਖੋ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ, ਰੂਬਰੂ ਹੁੰਦੇ ਹਾਂ, ਜਾਣਦੇ ਹਾਂ, ਮੁਲਾਕਾਤ ਦੇ ਵਿੱਚ ਉਹਨਾਂ ਗੱਲਾਂ ਨੂੰ ਬਾਹਰ ਕੱਢਦੇ ਹਾਂ ਜਿਹੜੀਆਂ ਕਿ ਸਿੱਧੇ ਤੇ ਅਸਿੱਧੇ ਤੌਰ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ। ਅੱਜ ਅਸੀਂ ਗੱਲ ਕਰਾਂਗੇ ਸਿੱਖਿਆ ਖੇਤਰ ਦੀ, ਕਿਉਂਕਿ ਜਦੋਂ ਤੋਂ ਰਸ਼ੀਆ ਤੇ ਯੂਕਰੇਨ ਦੀ ਜੰਗ ਛਿੜੀ ਹੈ, ਉਹਦੇ ਵਿੱਚ ਇੱਕ ਅਹਿਮ ਮੁੱਦਾ ਉੱਠ ਕੇ ਬਾਹਰ ਆਇਆ। ਮੁੱਦਾ ਇਹ ਹੈ ਕਿ ਪੰਜਾਬ ਦੇ, ਈਵਨ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਕਿਉਂ ਡਾਕਟਰੀ ਪੜ੍ਹਾਈ ਕਰਨ ਦੇ ਲਈ ਸਿਰਫ ਯੂਕਰੇਨ ਜਾਂਦੇ ਨੇ। ਇਸ ਤੋਂ ਪਹਿਲਾਂ ਸ਼ਾਇਦ ਇਹ ਮੁੱਦਾ ਕਦੇ ਸਾਹਮਣੇ ਨਹੀਂ ਸੀ ਆਇਆ। ਔਰ ਅੱਜ ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਲਾਲਪੁਰ ਖਾਲਸਾ ਕਾਲਜ ਫਾਰ ਵੂਮਨ ਦੇ ਪ੍ਰਿੰਸੀਪਲ ਨੇ, ਡਾਕਟਰ ਨਵਜੋਤ ਕੌਰ। ਮੈਡਮ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਬਹੁਤ-ਬਹੁਤ। ਮੈਮ, ਜਿੱਦਾਂ ਕਿ ਮੈਂ ਸਟਾਰਟਿੰਗ 'ਚ ਕਿਹਾ ਕਿ ਰੂਸ ਤੇ ਯੂਕਰੇਨ ਦੀ ਜਦੋਂ ਜੰਗ ਲੱਗੀ ਹੈ, 7-8 ਦਿਨ ਹੋ ਚੁੱਕੇ ਹੈ। ਇਹਦੇ ਦਰਮਿਆਨ ਬਹੁਤ ਰੌਲਾ ਪਿਆ ਕਿ ਉੱਥੇ ਭਾਰਤੀ ਬੱਚੇ ਨੇ, ਉਹਨਾਂ ਨੂੰ ਲੈ ਕੇ ਆਓ। ਗੌਰਮੈਂਟ ਵੀ ਚਲੋ ਕੁਛ ਨਾ ਕੁਛ ਕਰ ਰਹੀ ਹੈ, ਉੱਧਰ ਦੀਆਂ ਜਿਹੜੀਆਂ ਅੰਬੈਸੀਜ਼ ਨੇ ਐਡਵਾਈਜ਼ਰੀ ਜਾਰੀ ਕਰ ਰਹੀਆਂ ਨੇ ਬੱਚਿਆਂ ਨੂੰ ਕਿ ਬਾਰਡਰਾਂ ਤੱਕ ਆ ਜਾਓ। ਪਰ ਸਵਾਲ ਇਹ ਹੈ ਕਿ ਕਿਉਂ, ਮਤਲਬ ਬੱਚੇ ਕਿਉਂ, ਕੀ ਕਾਰਨ ਹੈ ਕਿ ਬੱਚੇ ਉੱਥੇ ਪੜ੍ਹਨ ਜਾ ਰਹੇ ਨੇ? ਔਰ ਦੇਖੋ ਪਿੱਛੇ ਜਿਹੜੇ ਬੱਚੇ ਦੀ ਡੈਥ ਵੀ ਹੋਈ ਹੈ, ਕਰਨਾਟਕ ਦਾ ਉਹ ਸਟੂਡੈਂਟ ਸੀਗਾ, ਉਹਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ 97% ਉਹਦੇ ਮਾਰਕਸ ਸੀਗੇ, ਬਟ ਫਿਰ ਵੀ ਮਜਬੂਰੀ ਸੀ ਕਿ ਉਹਨੂੰ ਬਾਹਰ ਜਾ ਕੇ MBBS ਕਰਵਾਉਣੀ ਪਈ ਹੈ। ਤੁਹਾਨੂੰ ਕੀ ਲੱਗਦਾ ਮੈਮ, ਕੀ ਕਾਰਨ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਕਹਿਣਾ ਚਾਹਾਂਗੀ ਕਿ ਅਸੀਂ ਸਾਰੇ ਕੱਟੜ ਅਮਨ ਪਸੰਦ ਹਾਂ। ਔਰ ਇਹ ਜਿਹੜੀ ਅਮਨ ਪਸੰਦਗੀ ਹੈ, ਇਹ ਕਿਸੇ ਤਰ੍ਹਾਂ ਵੀ ਸਾਡੀ ਕਮਜ਼ੋਰੀ ਨਹੀਂ ਹੈ। ਅਸੀਂ ਮੁਹੱਬਤੀ ਲੋਕ ਹਾਂ ਔਰ ਇਹ ਇਨਸਾਨੀਅਤ ਪ੍ਰਤੀ ਸਾਡਾ ਜਜ਼ਬਾ ਹੈ। ਤੁਸੀਂ ਸਟੂਡੈਂਟਸ ਦੀ ਗੱਲ ਕਰ ਰਹੇ ਹੋ, MBBS ਕਰਨ ਲਈ ਬੱਚੇ ਜਾ ਰਹੇ ਹੈ। ਸ਼ੀਤਲ, ਦੇਖੋ 1947 ਤੋਂ ਲੈ ਕੇ ਅੱਜ ਤੱਕ 75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆ। ਅਜੇ ਤੱਕ ਵੀ ਅਸੀਂ ਮੈਡੀਕਲ ਸਾਇੰਸ ਲਈ ਇਸ ਤਰ੍ਹਾਂ ਦਾ ਇਨਫਰਾਸਟਰਕਚਰ ਨਹੀਂ ਬਣਾ ਸਕੇ ਜਿੱਥੇ ਜਿਹੜੇ ਸਾਡੇ ਬੱਚੇ ਡਾਕਟਰ ਬਣਨਾ ਚਾਹੁੰਦੇ ਆ, ਜਿਹੜੇ ਇਸ ਤਰ੍ਹਾਂ ਲੋਕਾਂ ਦੀ ਸੇਵਾ, ਮਾਨਵਤਾ ਦੀ ਸੇਵਾ ਕਰਨ ਵਾਲਾ ਇਹ ਕਿੱਤਾ ਹੈ। ਔਰ ਜਿਹੜੇ ਬੱਚੇ ਇਸ ਕਿੱਤੇ 'ਚ ਜਾਣਾ ਚਾਹੁੰਦੇ ਆ, ਉਹਨਾਂ ਲਈ ਸਾਡੇ ਕੋਲ ਸੀਟਸ ਹੀ ਨਹੀਂ ਹੈ, ਸਾਡੇ ਕੋਲ ਇਨਫਰਾਸਟਰਕਚਰ ਹੀ ਨਹੀਂ ਹੈ। ਤੁਸੀਂ ਦੇਖੋ ਕਿੰਨੇ ਬੱਚੇ ਹੈ ਜਿਹੜੇ ਵੈਸੇ ਵੀ ਦੇਖੋ ਕਿ ਆਰਥਿਕ ਪੱਖ ਜੇ ਮੈਂ ਕਹਾਂਗੀ ਕਿ ਉਹ ਇਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਬਹੁਤ ਮਹਿੰਗੀ ਹੈ ਮੈਡੀਕਲ ਐਜੂਕੇਸ਼ਨ ਸਾਡੇ ਦੇਸ਼ ਦੇ ਵਿੱਚ, ਔਰ ਕਾਰਪੋਰੇਟ ਸੈਕਟਰ ਦੇ ਹੱਥ 'ਚ ਜ਼ਿਆਦਾਤਰ ਆਪਾਂ ਦੇਖਦੇ ਹਾਂ ਤਾਂ ਵੱਡੇ ਵੱਡੇ ਸਰਮਾਏਦਾਰਾਂ ਨੂੰ, ਵੱਡੇ ਵੱਡੇ ਧਨ ਕੁਬੇਰਾਂ ਨੂੰ ਮੈਡੀਕਲ ਕਾਲਜ ਖੋਲ੍ਹਣ ਦੀ ਜਾਂ ਯੂਨੀਵਰਸਿਟੀਆਂ ਖੋਲ੍ਹਣ ਦੀ ਜਾਂ ਆਟੋਨਮਸ ਕਾਲਜ ਖੋਲ੍ਹਣ ਦੀ ਇਸ ਤਰ੍ਹਾਂ ਸਰਕਾਰ ਖੁੱਲ੍ਹੀ ਛੁੱਟੀ ਦੇ ਰਹੀ ਹੈ ਕਿ ਤੁਸੀਂ ਆਓ ਅਤੇ ਲੋਕਾਂ ਨੂੰ ਲੁੱਟੋ। ਔਰ ਇਸ ਤਰ੍ਹਾਂ ਮਹਿੰਗੀਆਂ ਡਿਗਰੀਜ਼ ਖਰੀਦਣਾ ਜਿਹੜਾ ਹੈ, ਇਹ ਇੱਕ ਮਿਹਨਤਕਸ਼ ਮਜ਼ਦੂਰ ਦਾ ਬੱਚਾ, ਇੱਕ ਕਿਸਾਨ ਦਾ ਬੱਚਾ, ਕਿਸੇ ਦਿਹਾੜੀਦਾਰ ਦਾ ਬੱਚਾ ਨਹੀਂ ਖਰੀਦ ਸਕਦਾ। ਇਹੀ ਫ਼ਰਕ ਹੈ ਕਿ ਯੂਕਰੇਨ ਦੇ ਵਿੱਚ ਮੈਡੀਕਲ ਐਜੂਕੇਸ਼ਨ ਸਸਤੀ ਹੈ ਥੋੜ੍ਹੀ ਇੰਡੀਆ ਨਾਲੋਂ, ਇਸ ਕਰਕੇ ਵੀ ਬੱਚੇ ਜਿਹੜੇ ਹੈ ਉੱਧਰ ਜਾ ਰਹੇ ਹੈ। ਔਰ ਇਹ ਵੀ ਉੱਠ ਕੇ ਆਇਆ ਸੀਗਾ ਕਿ ਜਿਨ੍ਹਾਂ ਨੂੰ ਤੇ ਗਵਰਨਮੈਂਟ ਕਾਲਜ ਵਿੱਚ ਮਿਲ ਜਾਂਦੀ ਹੈ ਉਹ ਤਾਂ ਬੱਚੇ ਕਰ ਲੈਂਦੇ ਨੇ, ਤੇ ਪ੍ਰਾਈਵੇਟ ਵਿੱਚ ਪੈਸਾ ਜ਼ਿਆਦਾ ਲੱਗਦਾ, ਇਸ ਕਾਰਨ ਪੇਰੈਂਟਸ ਉੱਥੇ ਜਾਂਦੇ ਨੇ। ਤੇ ਮੈਮ, ਦੂਜੀ ਗੱਲ ਇਹ ਵੀ ਹੈ, ਕਹਿੰਦੇ ਕਿ ਉੱਥੇ ਦੀ ਡਿਗਰੀ ਦਾ ਇੰਡੀਆ ਦੇ ਵਿੱਚ ਕੋਈ ਜ਼ਿਆਦਾ ਖਾਸ ਫਾਇਦਾ ਨਹੀਂ, ਇੱਥੇ ਆ ਕੇ ਵੀ ਬੱਚਿਆਂ ਨੂੰ ਅਲੱਗ ਤੋਂ ਐਗਜ਼ਾਮ ਦੇਣੇ ਪੈਂਦੇ ਨੇ। ਬਿਲਕੁਲ, ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਇੱਥੇ ਗੌਰਮੈਂਟ ਕਾਲਜਸ 'ਚ ਵੀ
ਮੈਡੀਕਲ ਐਜੂਕੇਸ਼ਨ ਕੋਈ ਸਸਤੀ ਨਹੀਂ ਹੈਗੀ, ਬਹੁਤ ਮਹਿੰਗੀ ਹੈ। ਔਰ ਦੂਸਰਾ, ਬੇਸ਼ੱਕ ਉੱਥੇ ਜਾਣ ਤੋਂ ਬਾਅਦ, ਉੱਥੋਂ ਯੂਕਰੇਨ ਤੋਂ ਡਿਗਰੀ ਕਰਨ ਤੋਂ ਬਾਅਦ ਇੰਡੀਆ 'ਚ ਆ ਕੇ ਦੁਬਾਰਾ ਟੈਸਟ ਕਲੀਅਰ ਕਰਨਾ ਪੈਂਦਾ ਹੈ, ਪਰ ਫਿਰ ਵੀ ਲੋਕ ਜਾ ਰਹੇ ਆ ਕਿਉਂਕਿ ਇੱਥੇ ਸੀਟਸ ਨਹੀਂ ਹੈਗੀਆਂ ਇੰਨੀਆਂ। ਮੈਡੀਕਲ ਸੀਟਸ ਸਾਰੀਆਂ ਭਰ ਜਾਂਦੀਆਂ ਨੇ ਫਟਾਫਟ ਹੀ, ਔਰ ਨਹੀਂ, ਬੱਚੇ ਜਿਹੜੇ ਹੈ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇੱਥੇ। ਮੈਮ ਇਹ ਤਾਂ ਹੋ ਗਿਆ ਕਿ ਜਿਹੜੇ ਬੱਚੇ ਸਟੱਡੀ ਵੀਜ਼ਾ ਲਗਾ ਕੇ ਜਾ ਰਹੇ ਯੂਕਰੇਨ 'ਚ, ਆਪਾਂ ਅਮਰੀਕਾ ਦੇਖ ਲਈਏ, ਕੈਨੇਡਾ ਦੇਖ ਲਈਏ, ਹੁਣ ਤੇ ਬਾਹਰ ਨਿਕਲੋ, ਆਪਣੇ ਪੰਜਾਬ 'ਚ ਕਿਤੇ ਵੀ ਚਲੇ ਜਾਓ, ਬੱਸ ਸਟੈਂਡ ਦੇ ਬਾਹਰ ਚਲੇ ਜਾਓ, ਆਇਲਸ ਅਕੈਡਮੀਆਂ ਖੁੱਲੀਆਂ ਹੋਈਆਂ ਨੇ, ਬਾਹਰ ਦਾ ਰੁਝਾਨ ਬੜਾ ਹੁੰਦਾ ਜਾ ਰਿਹਾ ਹੈ। ਇੱਕ ਤੇ ਹੋ ਗਿਆ ਕਿ ਤਰੀਕੇ ਦੇ ਨਾਲ ਬੱਚੇ ਜਾਂਦੇ ਨੇ, ਕਈ ਤਰੀਕੇ ਹੁੰਦੇ ਨੇ ਅਸਿੱਧੇ ਤੌਰ ਨਾਲ, ਜਿਵੇਂ ਕਿ 2 ਨੰਬਰ ਦੇ ਵਿੱਚ ਵੀ ਬੱਚੇ ਜਾਂਦੇ ਨੇ, ਉਹੋ ਜਿਹੀਆਂ ਵੀ ਆਪਾਂ ਅਖਬਾਰਾਂ 'ਚ ਵੀ ਖਬਰਾਂ ਪੜ੍ਹਦੇ ਹਾਂ ਕਿ ਏਜੰਟ ਦੇ ਥਰੂ ਗਏ ਸੀ, ਉੱਥੇ ਫੜੇ ਗਏ, ਹੈ ਨਾ। ਪਿੰਡਾਂ ਦੇ ਵਿੱਚ ਇੱਦਾਂ ਦੀਆਂ ਬਹੁਤ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਮਾਂ-ਬਾਪ ਬੜੇ ਖੁਸ਼ੀ ਮਨਾਉਂਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਭੇਜਤਾ, ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਬੱਚੇ ਦੀ ਫਲਾਈਟ ਕਿੱਥੇ ਤੱਕ ਹੈ, ਉਸ ਤੋਂ ਬਾਅਦ ਬੱਚੇ ਨੇ ਕਿਹੜੇ-ਕਿਹੜੇ ਜੰਗਲਾਂ 'ਚ ਘੁੰਮ ਕੇ ਆਖਰਕਾਰ ਕਈ ਵਾਰ ਜਰਮਨ ਜਾਂਦੇ ਨੇ ਜਾਂ ਇਟਲੀ ਪਹੁੰਚ ਜਾਂਦੇ ਨੇ, ਕਈ ਤਾਂ ਬਚ ਜਾਂਦੇ ਨੇ, ਕਈ ਤਾਂ ਐਕਸਪਾਇਰ ਵੀ ਹੋ ਜਾਂਦੇ ਨੇ ਬੱਚੇ ਰਸਤੇ ਦੇ ਵਿੱਚ ਹੀ। ਮੈਮ ਕੀ ਲੱਗਦਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਅਗਰ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਭੇਜੋ, ਨਹੀਂ ਤਾਂ ਤਰੀਕਾ ਕਿਹੜਾ ਹੋਣਾ ਚਾਹੀਦਾ? ਦੇਖੋ ਸ਼ੀਤਲ, ਇੱਥੇ ਤਰੀਕੇ 'ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹਾਂਗੀ ਕਿ ਬੱਚੇ ਬਾਹਰ ਕਿਉਂ ਜਾ ਰਹੇ ਆ। ਕਿਉਂਕਿ ਜਦੋਂ ਪੜ੍ਹ ਲਿਖ ਕੇ ਵੀ ਰੁਜ਼ਗਾਰ ਨਹੀਂ ਮਿਲ ਰਿਹਾ ਬੱਚਿਆਂ ਨੂੰ, ਜਦੋਂ ਉਹ ਡਿਗਰੀਜ਼ ਖਰੀਦ ਵੀ ਲੈਂਦੇ ਨੇ ਮਹਿੰਗੀਆਂ ਯੂਨੀਵਰਸਿਟੀਜ਼ ਤੋਂ, ਮੈਂ ਕਹਾਂਗੀ ਖਰੀਦੋ ਫਰੋਖਤ ਹੀ ਹੋ ਰਹੀ ਹੈ ਡਿਗਰੀਆਂ ਦੀ ਅੱਜ ਕੱਲ੍ਹ। ਡਿਗਰੀ ਖਰੀਦਣ ਤੋਂ ਬਾਅਦ ਵੀ ਜਦੋਂ ਬੇਰੁਜ਼ਗਾਰਾਂ ਦੀ ਲੰਬੀ ਕਤਾਰ ਦੇ ਵਿੱਚੋਂ ਲੱਗਦੇ ਆ ਤੇ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਆ। ਕਿਉਂਕਿ ਅੱਜ ਤੱਕ 75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ, ਅੱਜ ਤੱਕ ਨਾ ਸਟੇਟ 'ਚ ਨਾ ਸੈਂਟਰ 'ਚ ਇੱਕ ਵੀ ਸਰਕਾਰ ਇੱਦਾਂ ਦੀ ਨਹੀਂ ਆਈ ਜਿਹੜੀ ਲੋਕਾਂ ਦਾ, ਸਟੇਟ ਦਾ, ਹੈ ਨਾ, ਲੋਕਾਂ ਦੇ ਲਈ ਸੋਚਣ ਵਾਲੀ ਹੋਵੇ ਜਾਂ ਜਿਨ੍ਹਾਂ ਦੀ ਜਵਾਬਦੇਹੀ ਬਣਦੀ ਹੋਵੇ। ਪਹਿਲੀ ਗੱਲ ਤਾਂ ਦੇਸ਼ ਦੇ ਸਿਸਟਮ ਤੋਂ ਨਿਰਾਸ਼ ਹੋ ਕੇ ਬੱਚੇ ਬਾਹਰ ਜਾ ਰਹੇ ਆ, ਔਰ ਦੂਸਰੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ ਵੀ ਕਿਤੇ ਰੁਜ਼ਗਾਰ ਮਿਲਦਾ ਹੈ, ਜਿੱਥੇ ਵੀ ਸਾਨੂੰ ਥੋੜ੍ਹੀ ਸੁਖਾਲੀ ਜ਼ਿੰਦਗੀ ਮਿਲਦੀ ਹੈ, ਅਸੀਂ ਉੱਥੇ ਚਲੇ ਜਾਈਏ। ਔਰ ਕਈ ਵਾਰੀ ਆਰਥਿਕ ਕਾਰਨ ਵੀ ਨਹੀਂ ਹੁੰਦੇ, ਕਈ ਵਾਰੀ ਬੱਚੇ ਇਸ ਸਿਸਟਮ ਤੋਂ ਤੰਗ ਆ ਕੇ ਵੀ ਜਾਂਦੇ ਆ। ਮੈਂ ਜੇ ਪਰਸਨਲ ਗੱਲ ਕਰਾਂ, ਮੇਰੇ ਆਪਣੇ ਬੱਚੇ ਹਿਟੈਚੀ ਦੇ ਵਿੱਚ ਪੋਸਟਡ ਸੀਗੇ, ਬਹੁਤ ਅੱਛੀ ਉਹਨਾਂ ਦੀ ਸੈਲਰੀ ਸੀਗੀ, ਪਰ ਫਿਰ ਵੀ ਉਹ ਚਲੇ ਗਏ। ਉਹ ਕਹਿੰਦੇ ਕਿ ਸੜਕਾਂ ਇਹੀ ਰਹਿਣੀਆਂ, ਪਾਣੀ ਇਹੀ ਰਹਿਣਾ ਗੰਦਾ ਇਸ ਸਿਸਟਮ ਦੇ ਵਿੱਚ, ਕਿ ਹਰ ਬੱਚਾ ਜਿਹੜਾ ਹੈ ਉਹ ਨਿਕਲਣਾ ਚਾਹੁੰਦਾ ਸਿਸਟਮ ਦੇ ਵਿੱਚੋਂ। ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਬੱਚੇ ਬਾਹਰ ਜਾ ਰਹੇ ਗਲਤ ਤਰੀਕੇ ਨਾਲ, ਉੱਥੇ ਮੇਰੀ ਮਾਪਿਆਂ ਨੂੰ ਵੀ ਇਹੀ ਦਰਖਾਸਤ ਹੈ ਕਿ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਗਲੋਬ ਨੂੰ ਚੈੱਕ ਕਰੋ, ਔਰ ਜਿੱਥੇ ਜੇ ਜਾਣਾ ਹੀ ਹੈ ਤਾਂ ਘੱਟੋ ਘੱਟ ਕੋਈ ਨਾ ਕੋਈ ਆਪਣੀ ਡਿਗਰੀ ਲੈ ਕੇ ਉਸ ਤੋਂ ਬਾਅਦ ਜਾਣਾ ਚਾਹੀਦਾ ਹੈ। ਪਹਿਲਾਂ ਨਹੀਂ ਇੱਕਦਮ +2 ਕਰਕੇ ਬੱਚੇ ਚਲੇ ਜਾਂਦੇ ਨੇ, ਫਿਰ ਉੱਥੇ ਜਾ ਕੇ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜੰਗਲਾਂ ਵਿੱਚੋਂ ਦੀ ਗਲਤ ਤਰੀਕੇ ਦੇ ਨਾਲ ਜਾ ਰਹੇ ਆ, ਔਰ ਉੱਥੇ ਜਾ ਕੇ ਵੀ ਬਹੁਤ ਸਟਰਗਲ ਕਰਨੀ ਪੈਂਦੀ ਹੈ। ਜੇ ਜਾਣਾ ਹੀ ਹੈ, ਤੁਸੀਂ ਅਬਰੋਡ ਜਾਣਾ ਹੀ ਹੈ, ਤੇ ਫਿਰ ਪਹਿਲਾਂ ਇਹੀ ਹੈ ਕਿ ਕੋਈ ਨਾ ਕੋਈ ਐਜੂਕੇਸ਼ਨ, ਅੱਛੀ ਕੋਈ ਐਜੂਕੇਸ਼ਨ ਲੈ ਕੇ ਜਾਓ, ਔਰ ਉੱਥੇ ਜਾ ਕੇ ਤੁਸੀਂ ਫਿਰ ਆਪਣਾ ਜਿਹੜਾ ਹੈ ਜ਼ਿੰਦਗੀ ਬਸਰ ਕਰੋ। ਬਿਲਕੁਲ ਮੈਮ, ਜਿਵੇਂ ਤੁਸੀਂ ਕਿਹਾ ਕਿ +2 ਕਰਕੇ ਜਾ ਰਹੇ, ਇਹਦਾ ਬੜਾ ਰੁਝਾਨ ਪੰਜਾਬ ਦੇ ਵਿੱਚ, ਔਰ ਇਹ ਇੱਕ ਚੋਣਾਂ ਦੇ ਵਿੱਚ ਵੀ, ਆਪਣੇ ਇਲੈਕਸ਼ਨਾਂ ਦੇ ਵਿੱਚ ਵੀ ਬੜਾ ਮੁੱਦਾ ਸੀ, ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੱਕਿਆ ਸੀ ਕਿ ਬੱਚੇ ਬਾਹਰ ਕਿਉਂ ਜਾ ਰਹੇ ਪੰਜਾਬ ਦੇ। ਮੈਮ ਤੁਸੀਂ ਕਾਲਜ ਦੇ ਵਿੱਚ ਇਸ ਟਾਈਮ ਪ੍ਰਿੰਸੀਪਲ ਹੋ, ਕੀ ਲੱਗਦਾ ਹੈ ਕਿ ਜਿਹੜੇ ਬੱਚੇ 12ਵੀਂ ਕਰ ਬਾਹਰ ਜਾਈ ਜਾ ਰਹੇ ਹੈ, ਕਿ ਕਾਲਜ ਦੀ ਸਟਰੈਂਥ ਦੇ ਉੱਤੇ ਵੀ ਦਾ ਫਰਕ ਪਿਆ ਹੈ? ਇੱਥੇ ਫਿਰ ਸ਼ੀਤਲ, ਮੈਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੋਲੀਟੀਕਲ ਪਾਰਟੀਜ਼ ਨੇ ਜਿਹੜਾ ਹੈ ਇਸ ਵੇਲੇ ਬੜੇ ਸੁਪਨ ਬਾਗ ਦਿਖਾਏ ਲੋਕਾਂ ਨੂੰ, ਔਰ ਇੱਕ ਪੋਲੀਟੀਕਲ ਪਾਰਟੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਅਸੀਂ ਆਇਲਸ ਜਿਹੜੀ ਉਹ ਫ੍ਰੀ ਕਰਾਵਾਂਗੇ। ਬੜੀ ਸ਼ਰਮ ਆਈ ਇਸ ਗੱਲ 'ਤੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਆਪਣੇ ਦੇਸ਼ 'ਚ ਹੀ ਰੁਜ਼ਗਾਰ ਮਿਲੇ, ਉਹਨਾਂ ਨੂੰ ਇੱਥੇ ਰਹਿਣ ਦਾ ਮੌਕਾ ਮਿਲੇ, ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਕੋਈ ਬਹੁਤ ਵੱਡੀ ਮਜਬੂਰੀ ਹੁੰਦੀ ਹੈ ਜਦੋਂ ਬੱਚੇ ਬਾਹਰ ਜਾਂਦੇ, ਅਦਰਵਾਈਜ਼ ਆਪਣੀਆਂ ਜੜ੍ਹਾਂ ਤੋਂ ਟੁੱਟਣਾ ਕੋਈ ਵੀ ਨਹੀਂ ਚਾਹੁੰਦਾ। ਕਾਲਜ ਦੀ ਸਟਰੈਂਥ ਦੇ ਬਾਰੇ ਦੱਸੋ ਕਿ ਕਾਲਜ ਦੀ ਸਟਰੈਂਥ ਦੇ ਉੱਤੇ ਵੀ ਦਾ ਫਰਕ ਪਿਆ ਯੂਨੀਵਰਸਿਟੀਆਂ 'ਚ, ਕਾਲਜ ਵਿੱਚ? ਬਿਲਕੁਲ ਸ਼ੀਤਲ, ਜਦੋਂ ਅਸੀਂ ਛੋਟੇ ਸੀ ਤਾਂ ਉਦੋਂ ਅਸੀਂ ਦੇਖਦੇ ਹੁੰਦੇ ਸੀਗੇ ਕਿ ਕੁੜੀਆਂ ਮੈਰਿਜ ਕਰਵਾਉਣ ਲਈ ਪੜ੍ਹਨ ਲਿਖਣ ਤੋਂ ਬਾਅਦ ਥੋੜ੍ਹਾ BA ਕਰਕੇ ਫਿਰ ਬਾਹਰ ਜਾਂਦੀਆਂ ਸੀ, ਲੜਕੇ ਜ਼ਿਆਦਾ ਜਿਹੜੇ ਹੈ ਉਹ ਜਾਂਦੇ ਸੀਗੇ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਲੜਕੀਆਂ ਜਾ ਰਹੀਆਂ ਆ, ਪਲੱਸ ਨਾਲ ਇੱਕ ਵਿਆਹ ਲਈ ਲੜਕਾ ਵੀ ਲੈ ਕੇ ਜਾ ਰਹੀਆਂ। ਲੜਕੇ ਵਾਲੇ ਉਹਦੀ ਪੜ੍ਹਾਈ ਦਾ ਖਰਚਾ ਵੀ ਕਰਦੇ ਹੈ ਨਾ, ਉਹਦਾ ਸਾਰਾ ਉੱਥੇ ਦਾ ਸਿਸਟਮ, ਔਰ ਫਿਰ ਉੱਥੇ ਜਾ ਕੇ ਜਦੋਂ PR ਹੋ ਜਾਂਦੀ ਹੈ ਫਿਰ ਲੜਕੇ ਨੂੰ ਵੀ ਬੁਲਾ ਲੈਂਦੀ ਹੈ। ਦੋਹਰੀ ਮਾਰ ਪੰਜਾਬੀਆਂ ਨੂੰ ਖਾਸ ਤੌਰ 'ਤੇ ਸਾਡੇ ਇਲਾਕੇ ਦੁਆਬੇ ਦੇ ਵਿੱਚ ਜਿਹੜਾ ਹੈ ਬਿਲਕੁਲ ਖਾਲੀ ਹੁੰਦਾ ਜਾ ਰਿਹਾ, ਔਰ ਘਰ ਖਾਲੀ ਹੋ ਰਿਹਾ ਤੇ ਕੁਦਰਤੀ ਹੈ ਕਾਲਜ ਵੀ ਖਾਲੀ ਹੋਣਗੇ। ਬਹੁਤ ਸੈਟਬੈਕ ਜਿਹੜਾ ਹੈ ਲੱਗਾ ਹੈ ਕਾਲਜਿਸ ਨੂੰ, ਐਡਮਿਸ਼ਨ ਬਹੁਤ ਜ਼ਿਆਦਾ ਘਟ ਗਈ ਹੈ। ਵੈਸੇ ਤੁਸੀਂ ਇਹਨੂੰ ਬਾਹਰ ਦਾ ਹੀ ਸਾਰਾ ਜ਼ਿੰਮੇਵਾਰ ਸਮਝੋਗੇ ਜਾਂ ਕੋਵਿਡ ਵੀ ਕਿਤੇ ਨਾ ਕਿਤੇ ਆਪਣਾ ਰੋਲ ਨਿਭਾ ਰਿਹਾ ਹੈ? ਦੇਖੋ, ਕੋਵਿਡ ਨੇ ਵੀ ਬਹੁਤ ਵੱਡੀ ਸੱਟ ਮਾਰੀ ਹੈ, ਉਹਦੇ 'ਚ ਵੀ ਜਿਹੜਾ ਹੈ ਬੱਚੇ ਜਿਹੜੇ ਹੈ, ਇੱਕ ਤਾਂ ਆਰਥਿਕਤਾ ਨੂੰ ਢਾਹ ਲੱਗੀ ਹੈ, ਕਮਾਉਣ ਵਾਲੇ ਜਿਹੜੇ ਹੈ ਘਰ ਦੇ ਵਿੱਚ ਦਿਹਾੜੀਦਾਰ ਬੰਦੇ ਜਿਹੜੇ, ਮੈਂ
ਆਪਣੇ ਕਾਲਜ ਦੀ ਜੇ ਗੱਲ ਕਰਾਂ ਤੇ ਮੇਰੇ ਕੋਲ 80% ਬੱਚੇ ਜਿਹੜੇ ਮਿਹਨਤ ਕਸ਼ਾਂ ਦੇ ਬੱਚੇ ਪੜ੍ਹਦੇ ਨੇ, ਕਿਸਾਨਾਂ ਦੇ ਬੱਚੇ ਆ, ਮਜ਼ਦੂਰਾਂ ਦੇ ਬੱਚੇ ਆ, ਉਹਨਾਂ ਦੀਆਂ ਦਿਹਾੜੀਆਂ ਟੁੱਟ ਗਈਆਂ, ਉਹਨਾਂ ਕੋਲ ਪੈਸਾ ਨਹੀਂ ਹੈ ਫੀਸਾਂ ਦੇਣ ਲਈ। ਇਹ ਬਹੁਤ ਵੱਡਾ ਕਾਰਨ ਹੈ ਕੋਵਿਡ ਵੀ ਜਿਹੜਾ ਹੈ। ਮੈਮ ਜਿੱਦਾਂ ਕਿ ਲੜਕੀਆਂ ਦਾ ਕਾਲਜ ਹੈ ਨਾ, ਲੜਕੀਆਂ ਨੂੰ ਫਾਰਮਲ ਐਜੂਕੇਸ਼ਨ ਤਾਂ ਠੀਕ ਹੈ, ਇੱਕ ਤਰੀਕਾ ਹੈ, ਹੋਰ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੇ ਢੰਗ ਤਰੀਕੇ ਹੋ ਸਕਦੇ ਆ ਕਿ ਲੜਕੀਆਂ ਨੂੰ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਬਣਾ ਸਕੀਏ? ਬਿਲਕੁਲ ਧੀਆਂ ਨੂੰ ਇਕਨੋਮਿਕਲੀ ਇੰਡੀਪੈਂਡੈਂਟ ਬਣਾਉਣਾ ਬਹੁਤ ਜ਼ਰੂਰੀ ਹੈ, ਔਰ ਇਹਦੇ ਲਈ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਕੋਰਸਿਸ ਜਿਹੜੇ ਹੈ ਵੋਕੇਸ਼ਨਲ ਕੋਰਸਿਸ ਜਿਹੜੇ ਹੈ ਲੜਕੀਆਂ ਨੂੰ ਉਸ ਪਾਸੇ ਹੋਣਾ ਚਾਹੀਦਾ। ਸਾਡੇ ਕੋਲ ਆਪਣੇ ਕੋਲ ਸ਼ੀਤਲ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਹੈ, ਔਰ ਸਾਡੇ ਕੋਲ ਕਾਸਮਟੋਲੋਜੀ ਡਿਪਾਰਟਮੈਂਟ ਹੈ। ਵੈਸੇ ਤਾਂ ਬਹੁਤ ਸਾਰੇ ਡਿਪਾਰਟਮੈਂਟਸ ਹੈ, ਕਾਮਰਸ ਹੈ, ਕੰਪਿਊਟਰ ਸਾਇੰਸ ਹੈ, ਪਰ ਇਸ ਵੇਲੇ ਸਭ ਤੋਂ ਵੱਧ ਜਿਹੜਾ ਹੈ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ, ਕਾਸਮਟੋਲੋਜੀ ਡਿਪਾਰਟਮੈਂਟ ਦੇ ਬੱਚੇ ਜਿਹੜੇ ਹੈ ਉਹ ਬਹੁਤ ਅੱਛੇ ਸੈਟਲ ਹੋ ਰਹੇ ਆ, ਕਿਉਂਕਿ ਉਹਨਾਂ ਦੇ ਹੱਥ 'ਚ ਸ਼ਫਾ ਹੈ। ਜਦੋਂ MSc ਫੈਸ਼ਨ ਡਿਜ਼ਾਈਨਿੰਗ ਕਰਦੇ ਜਾਂ ਕਾਸਮਟੋਲੋਜੀ 'ਚ ਆਪਣੀ ਡਿਗਰੀ ਕਰਕੇ ਜਾਂਦੇ ਤੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਲੈਂਦੇ, ਨਾਲ ਹੀ ਨਹੀਂ ਈਵਨ ਪੜ੍ਹਦੇ ਵੀ ਕੋਈ ਨਾ ਕੋਈ ਕੰਮ ਹੱਥੀਂ ਜਿਹੜਾ ਹੈ ਉਹ ਕਰਨ 'ਚ। ਮੈਂ ਇਹੀ ਕਹਿੰਦੀ ਹਾਂ ਆਪਣੇ ਬੱਚਿਆਂ ਨੂੰ ਕਿ ਕਿਰਤ ਦਾ ਸੰਕਲਪ ਆਪਣੇ ਅੰਦਰੋਂ ਮੰਨਫੀ ਨਾ ਹੋਣ ਦੇਣਾ। ਕੰਮ ਬੁਰਾ ਨਹੀਂ ਹੁੰਦਾ, ਕੋਈ ਵੀ ਇੱਜ਼ਤ ਵਾਲਾ ਕੰਮ ਜਿਹੜਾ ਹੈ ਹੱਥੀਂ ਕੰਮ ਕਰਨਾ ਚਾਹੀਦਾ ਹੈ, ਔਰ ਇਸ ਤਰ੍ਹਾਂ ਦੇ ਕੋਰਸਿਸ ਜਿਹੜੇ ਹੈ ਇਹ ਬੱਚਿਆਂ ਨੂੰ, ਲੜਕੀਆਂ ਨੂੰ ਖਾਸ ਤੌਰ ਤੇ ਇਕਨੋਮਿਕਲੀ ਇੰਡੀਪੈਂਡੈਂਟ ਬਣਾ ਸਕਦੇ ਆ। ਮੈਮ ਕਾਲਜ ਦੇ ਵਿੱਚ ਮੈਂ ਸੁਣਿਆ ਕਿ ਤੁਸੀਂ ਕੋਈ ਵਿਰਾਸਤੀ ਘਰ ਤਿਆਰ ਕੀਤਾ ਹੈ, ਉਹਦੇ ਬਾਰੇ ਪਹਿਲਾਂ ਸਾਨੂੰ ਦੱਸੋ ਕਿ ਉਹ ਕੀ ਹੈ? ਸ਼ੀਤਲ ਇੱਦਾਂ ਹੈ ਕਿ ਜਦੋਂ ਮੈਂ 16 ਦੇ ਵਿੱਚ ਐਜ਼ ਅ ਪ੍ਰਿੰਸੀਪਲ ਇਸ ਕਾਲਜ ਨੂੰ ਜੁਆਇਨ ਕੀਤਾ, ਅਤੇ ਉਸ ਵੇਲੇ ਮੈਂ ਜਦੋਂ 1-2 ਦਿਨ ਰਾਊਂਡ ਲਗਾਇਆ ਕਾਲਜ ਦਾ, ਅਤੇ ਇੱਕ ਪੁਰਾਣੀ ਬਿਲਡਿੰਗ ਸੀ ਕਾਲਜ ਦੀ, ਔਰ ਮੈਂ ਉਹਦੇ 'ਚ ਤਾਲਾ ਉਹਦਾ ਖੁਲਵਾ ਕੇ ਮੈਂ ਕਿਹਾ ਮੈਂ ਦੇਖਾਂ ਇੱਥੇ ਕੀ ਹੈ ਪਿਆ। ਜਦੋਂ ਮੈਂ ਦੇਖਿਆ ਤਾਂ ਉੱਥੇ ਕੂੜੇ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਸੀਗੇ, ਪੁਰਾਣੀ ਕੈਂਟੀਨ ਸੀ ਉਹ, ਔਰ ਮੈਂ ਉਦੋਂ ਹੀ ਨਾਲ ਹੀ ਮੇਰੇ ਦਿਮਾਗ 'ਚ ਆਇਆ ਕਿ ਇਸ ਪ੍ਰੀਜ਼ਰਵ ਕੀਤਾ ਜਾ ਸਕਦਾ ਇਸ ਬਿਲਡਿੰਗ ਨੂੰ, ਕਿਉਂਕਿ ਮੈਨੂੰ ਨਾ ਉਹ ਇੱਦਾਂ ਲੱਗਿਆ ਜਿੱਦਾਂ ਮੇਰੇ ਦਾਦਕਿਆਂ ਦਾ ਘਰ ਪਿੰਡ 'ਚ ਸੀਗਾ ਨਾ, ਉਹਦੇ ਵਰਗੀ, ਜਿੱਦਾਂ ਪਿੱਛੇ ਦਲਾਨ ਹੁੰਦੇ ਸੀਗੇ, ਅੱਗੇ ਡਿਓੜੀ ਹੁੰਦੀ ਸੀ, ਇਸ ਤਰ੍ਹਾਂ ਦੀ ਉਹ ਤਸਵੀਰ ਸੀਗੀ ਉਸ ਬਿਲਡਿੰਗ ਦੀ। ਅਤੇ ਮੈਂ ਜਦੋਂ ਆਪਣੇ ਮਾਨਯੋਗ ਗਵਰਨਿੰਗ ਕੌਂਸਲ ਮੈਡਮ ਪ੍ਰੈਜ਼ੀਡੈਂਟ ਹੋਰਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਉਹ ਬਿਲਡਿੰਗ ਮੈਂ ਖੁਲਵਾ ਕੇ ਦੇਖੀ, ਉੱਥੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ, ਸਮਾਨ ਬਹੁਤ ਪਿਆ, ਅਤੇ ਆਪਾਂ ਕਿੱਦਾਂ ਕਰਨਾ? ਕਹਿੰਦੇ ਇਹਨੂੰ ਡਿਮੋਲਿਸ਼ ਕਰਵਾ ਦਿਓ, ਬਿਲਡਿੰਗ ਨੂੰ ਖ਼ਤਮ ਕਰ ਦਿਓ ਇਹਨੂੰ। ਮੈਂ ਕਿਹਾ ਨਹੀਂ ਜੀ, ਇਹਨੂੰ ਆਪਾਂ ਬਿਲਡਿੰਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾ ਸਕਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ, ਆਪਣੇ ਸੱਭਿਆਚਾਰ ਨਾਲ, ਆਪਣੀ ਵਿਰਾਸਤ ਨਾਲ ਜੋੜ ਕੇ ਇਹਨਾਂ ਨੂੰ, ਬੱਚਿਆਂ ਨੂੰ ਵੀ ਪਤਾ ਲੱਗੇਗਾ, ਕਿਉਂਕਿ ਇਹਨਾਂ ਨੂੰ, ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਪੱਖੀਆਂ, ਕਿਉਂਕਿ ਇਹ ਤਾਂ AC ਦੇ ਜ਼ਮਾਨੇ ਦੇ ਬੱਚੇ ਆ, ਕਿ ਪੱਖੀਆਂ ਵੀ ਹੁੰਦੀਆਂ ਸੀ, ਦਾਦੀਆਂ ਸਾਡੀਆਂ ਚਰਖੇ ਵੀ ਕੱਤਦੀਆਂ ਸੀ, ਛੱਜ ਵੀ ਹੁੰਦਾ ਸੀ, ਚੱਕੀਆਂ ਵੀ ਹੁੰਦੀਆਂ ਸੀ। ਮੈਂ ਕਿਹਾ ਜੀ ਅਸੀਂ ਕਰਾਂਗੇ, ਇਹਨੂੰ ਪ੍ਰੀਜ਼ਰਵ ਕਰਾਂਗੇ। ਉਹ ਕਹਿਣ ਲੱਗੇ ਕਿ ਦੇਖ ਲਓ ਜੇ ਤੁਹਾਡੇ ਮਨ 'ਚ ਹੈ ਕੁਛ। ਸ਼ੀਤਲ ਫਿਰ ਮੈਂ ਡਟ ਗਈ ਉਸ ਪਾਸੇ। ਥੋੜ੍ਹਾ ਜਿਹਾ ਮੇਰੇ ਅੰਦਰ ਨਾ ਇੱਕ ਜਿੱਦਾਂ ਮੈਂ ਪੈਸ਼ਨ ਹੈ ਮੇਰੇ ਅੰਦਰ, ਜਦੋਂ ਮੈਂ ਕੰਮ ਸ਼ੁਰੂ ਕਰਦੀ ਹਾਂ ਫਿਰ ਜਿੰਨਾ ਚਿਰ ਖ਼ਤਮ ਨਹੀਂ ਹੁੰਦਾ ਮੈਂ ਸਾਹ ਨਹੀਂ ਲੈਂਦੀ। ਅਸੀਂ ਉਹ ਪੁਰਾਣੀ ਇੱਟ ਲੱਭਣੀ ਸ਼ੁਰੂ ਕੀਤੀ, ਉਹ ਸਾਨੂੰ ਨਕੋਦਰ ਤੋਂ ਮਿਲੀ ਇੱਟ, ਅਸੀਂ ਉੱਥੋਂ ਇੱਟ ਮੰਗਵਾਈ, ਫਿਰ ਅਸੀਂ ਉਹ ਸਾਰੀ ਉਹਨੂੰ ਲੁੱਕ ਜਿਹੜੀ ਹੈ ਉਹ ਪੁਰਾਣੀ ਵਾਲੀ ਦਿੱਤੀ। ਮਤਲਬ ਪੁਰਾਣੇ ਟਾਈਮ ਦੀ ਇੱਟ ਦੇ ਨਾਲ ਤੁਸੀਂ ਸਾਰਾ ਸਟਾਰਟਅਪ ਕੀਤਾ? ਬਿਲਕੁਲ। ਔਰ ਫਿਰ ਉਸ ਤੋਂ ਬਾਅਦ ਇੱਕ ਵੱਡਾ ਮਸਲਾ ਸੀ ਕਿ ਹੁਣ ਇਹਦੇ ਵਿੱਚ ਪੁਰਾਣਾ ਸਮਾਨ ਕਿੱਥੋਂ ਆਏ, ਇਹ ਸੋਚਣਾ ਸ਼ੁਰੂ ਕੀਤਾ। ਦਰਵਾਜ਼ੇ ਪੁਰਾਣੇ ਲੱਭੇ, ਮੈਂ ਪਾਗਲਾਂ ਵਾਂਗੂ ਘੁੰਮਦੀ ਹੁੰਦੀ ਸੀ। ਜੇ ਮੈਨੂੰ ਕਿਸੇ ਨੇ ਦੱਸਣਾ ਕਿ ਇੱਕ ਨਵਾਂ ਸ਼ਹਿਰ ਦਰਵਾਜ਼ਾ ਪਿਆ ਆ, ਮੈਂ ਉਸੇ ਵੇਲੇ ਡਰਾਈਵਰ ਨੂੰ ਕਹਿਣਾ ਚੱਲ ਨਵਾਂ ਸ਼ਹਿਰ ਚਲੀਏ, ਕਦੀ ਫਗਵਾੜੇ, ਕਦੀ ਕਿਤੇ, ਜਿੱਥੇ ਜਿੱਥੇ ਪੁਰਾਣਾ। ਅਸੀਂ ਇਸ ਤਰ੍ਹਾਂ ਦਰਵਾਜ਼ੇ ਲੱਭੇ ਪੁਰਾਣੇ ਲੱਕੜ ਦੇ, ਔਰ ਬੜੀ ਬੁਰੀ ਹਾਲਤ 'ਚ ਉਹ ਦਰਵਾਜ਼ੇ, ਉਹਨਾਂ ਸਾਰਿਆਂ ਨੂੰ ਅਸੀਂ ਰਿਪੇਅਰ ਕਰਵਾਇਆ ਦਰਵਾਜ਼ਿਆਂ ਨੂੰ, ਫਿਰ ਉਹ ਦਰਵਾਜ਼ੇ ਲਗਾਏ ਤਾਂ ਕਿ ਬੜੀ ਪਿਆਰੀ ਮੀਨਾਕਾਰੀ ਵਾਲੇ ਦਰਵਾਜ਼ੇ ਸੀਗੇ ਉਹ। ਉਸ ਤੋਂ ਬਾਅਦ ਫਿਰ ਅਸੀਂ ਸਮਾਨ ਇਕੱਠਾ ਕਰਨਾ ਜਦੋਂ ਸ਼ੁਰੂ ਕੀਤਾ, ਉੱਥੇ ਵੀ ਮੈਂ ਜਿਹੜਾ ਵੀ ਮੇਰੇ ਕੋਲ ਗੈਸਟ ਆਉਂਦਾ ਸੀ ਮੈਂ ਉਹਨੂੰ ਇਹ ਰਿਕੁਐਸਟ ਕਰਦੀ ਸੀ ਕਿ ਸਾਨੂੰ ਕਿਤੋਂ ਪੁਰਾਣਾ ਸਮਾਨ ਚਾਹੀਦਾ ਆ, ਔਰ ਅਸੀਂ ਤੁਹਾਨੂੰ ਪੇਮੈਂਟ ਕਰ ਦਿਆਂਗੇ ਜੋ ਵੀ ਤੁਸੀਂ ਕਹੋਗੇ। ਔਰ ਮੈਨੂੰ ਇਹ ਦੱਸਦਿਆਂ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਉਹ ਜਿਹੜਾ ਭਰਿਆ ਪਿਆ ਹੈ ਘਰ ਪੁਰਾਣੇ ਸਮਾਨ ਦੇ ਨਾਲ, ਉਹਦੇ 'ਚੋਂ ਇੱਕ ਵੀ ਚੀਜ਼ ਖਰੀਦੀ ਹੋਈ ਨਹੀਂ ਹੈ। ਉਹ ਸਾਰੇ ਸਾਨੂੰ ਬੜੇ ਲੋਕ, ਸੁਹਿਰਦ ਲੋਕ ਸਾਡੇ ਨਾਲ ਜੁੜੇ ਹੋਏ ਆ, ਔਰ ਇਸ ਤਰ੍ਹਾਂ ਲੋਕਾਂ ਨੇ ਸਾਨੂੰ ਉਹ ਸਮਾਨ ਦਿੱਤਾ। ਕਿਸੇ ਦੀ ਦਾਦੀ ਦਾ ਸੰਦੂਕ ਹੈ, ਕਿਸੇ ਦੀ ਨਾਨੀ ਦਾ ਪਲੰਗ ਹੈ, ਕਿਸੇ ਦੇ ਕਿਸ ਤਰ੍ਹਾਂ ਇੱਦਾਂ ਰਿਸ਼ਤੇ ਪੁਰਾਣਿਆਂ ਦੇ ਵਿੱਚ। ਔਰ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਦੇਖੋ ਘਰ ਤਾਂ ਅਸੀਂ ਇਕੱਲੇ ਦੇਖਦੇ ਸੀ, ਇੱਥੇ ਕਿੰਨੇ ਬੱਚੇ ਦੇਖਣਗੇ। ਔਰ ਉਹ ਸਾਰਾ ਸਮਾਨ ਜਿਹੜਾ ਹੈ ਅਸੀਂ ਉੱਥੇ ਸਜਾਇਆ ਹੋਇਆ ਆ, ਔਰ ਮੈਨੂੰ ਇਹ ਦੱਸਦਿਆਂ ਵੀ ਮਾਣ ਮਹਿਸੂਸ ਹੋ ਰਿਹਾ ਕਿ ਉਸ ਪੂਰੀ ਬਿਲਡਿੰਗ 'ਤੇ ਔਰ ਉਹਦੇ ਸਮਾਨ ਦੇ ਉੱਤੇ ਮੇਰੀ ਗਵਰਨਿੰਗ ਕੌਂਸਲ ਬਹੁਤ ਦਿਆਨਤਦਾਰ ਹੈ। ਜਿੰਨਾ ਮਰਜ਼ੀ ਖਰਚਾ ਅਸੀਂ ਮੰਗੀਏ, ਕਦੀ ਵੀ ਉਹਨਾਂ ਨੇ ਰੋਕਿਆ ਨਹੀਂ, ਇੰਨਾ ਵਿਸ਼ਵਾਸ ਕਰਦੇ ਮੇਰੇ 'ਤੇ, ਪਰ ਅਸੀਂ ਉਹਨਾਂ ਕੋਲੋਂ 1 ਵੀ ਰੁਪਈਆ ਨਹੀਂ ਲਿਆ। ਵਿਰਾਸਤ ਘਰ ਦੇ ਵਿੱਚ ਜਿਹੜਾ ਸਾਰਾ ਸਮਾਨ ਪਿਆ ਹੈ ਉਹ ਸਾਰਾ ਹੀ ਜਿਹੜਾ ਹੈ ਮਤਲਬ ਡੋਨੇਟਡ ਸਮਾਨ ਹੈ, ਔਰ ਅਸੀਂ ਉਹਨੂੰ ਹਫਤਾ ਸ਼ੁਰੂ ਜਦੋਂ ਐਡਮਿਸ਼ਨ ਲੈਂਦੇ ਨੇ ਬੱਚੇ ਉਦੋਂ ਤਾਂ ਲਗਾਤਾਰ ਖੁੱਲ੍ਹਾ ਰਹਿੰਦਾ ਹੈ ਵਿਰਾਸਤ ਘਰ। ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਹਫਤੇ 'ਚ 2 ਦਿਨ ਖੋਲ੍ਹਦੇ ਹਾਂ, ਬੱਚੇ ਵਿਜ਼ਿਟ ਕਰਦੇ ਆ,
ਦੇਖਦੇ ਆ ਸਾਰੀਆਂ ਚੀਜ਼ਾਂ ਨੂੰ, ਹੱਥ ਲਗਾ ਲਗਾ ਕੇ ਦੇਖਦੇ ਆ ਕਿ ਇਹ ਕਿੱਦਾਂ ਯੂਜ਼ ਕਰਦੇ ਸੀਗੇ ਸਾਰਾ। ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਬੱਚੇ ਜਿਹੜੇ ਹੈ ਫਿਰ ਇਹਨਾਂ ਨੂੰ ਆਪਣੀ ਵਿਰਾਸਤ ਦਾ ਪਤਾ ਲੱਗਦਾ ਹੈ। ਮਤਲਬ ਸੱਭਿਆਚਾਰ ਨਾਲ ਜੁੜੇ ਹੋਏ ਨੇ ਬੱਚੇ। ਤੇ ਮੈਮ ਮੈਂ ਤੁਹਾਡੇ ਬਾਰੇ ਸੁਣਿਆ ਤੁਸੀਂ ਕਾਫੀ ਲਿਖ ਵੀ ਲੈਂਦੇ ਹੋ, ਹਾਂ, ਤੇ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਲਿਖ ਲੈਂਦੇ ਹੋ, ਕਿਸ ਤਰ੍ਹਾਂ ਮਤਲਬ ਕਰੰਟ ਦੇ ਉੱਤੇ ਜਾਂ ਲਿਟਰੇਚਰ ਨਾਲ, ਕਿੱਦਾਂ ਮਤਲਬ? ਲਿਖਦੀ ਮੈਂ ਇਸ ਤਰ੍ਹਾਂ ਆ ਸ਼ੀਤਲ ਕਿ ਕਵਿਤਾ ਕਦੀ ਕਦੀ ਜਦੋਂ ਬਹੁਤ ਜ਼ਿਆਦਾ ਇਮੋਸ਼ਨਲ ਹੋਵਾਂ, ਕਿਸੇ ਗੱਲ ਦਾ ਦਿਮਾਗ 'ਤੇ ਅਸਰ ਹੋਵੇ, ਅਦਰਵਾਈਜ਼ ਮੈਂ ਕੋਈ ਫੁੱਲ ਟਾਈਮ ਰਾਈਟਰ ਤਾਂ ਨਹੀਂ ਹੈਗੀ। ਕਦੀ ਕਦੀ ਲਿਖਦੀ ਹਾਂ, ਥੋੜ੍ਹਾ ਬਹੁਤਾ ਦਿਲ ਦੇ ਭਾਵ ਜਿਹੜੇ ਹੈ ਉਹਨਾਂ ਨੂੰ ਤੇ ਕੁਝ ਲੇਟੈਸਟ ਤੁਸੀਂ ਆਪਣੇ ਦਿਲ ਦੇ ਭਾਵ ਲਿਖੇ ਹੋਣ ਕਿਸੇ ਵੀ ਵਿਸ਼ੇ ਨੂੰ ਲੈ ਕੇ? ਇਸ ਜਿਹੜਾ ਯੁੱਧ ਹੋ ਰਿਹਾ ਉਹਦੇ 'ਤੇ ਮੈਂ 2 ਦਿਨ ਪਹਿਲਾਂ ਹੀ ਇੱਕ ਕਵਿਤਾ ਲਿਖੀ ਹੈ। ਜੇ ਤੁਸੀਂ ਕਹੋ ਤਾਂ ਮੈਂ ਥੋੜ੍ਹੀ ਨਜ਼ਰ ਕਰਾਂ। ਵਾਹ ਵਾਹ ਬਾਦਸ਼ਾਹ ਦਰਵੇਸ਼ ਦੇ ਅਸਲੀ ਵਾਰਸਾ, ਤੇਰੀ ਅਣਖ ਨੂੰ ਸਲਾਮ। ਜਬ ਆਬ ਕੀ ਔਦ ਨਿਧਾਨ ਬਣੇ, ਅਤ ਹੀ ਰਨ ਮੇ ਤਬ ਜੂਝ ਮਰੇ। ਦਾ ਪੜ੍ਹਾ ਦਿੱਤਾ ਕੁੱਲ ਆਲਮ ਨੂੰ ਪਾਠ, ਤਬਾਹੀ ਦੇ ਕੰਢੇ 'ਤੇ ਖੜੇ ਨੂੰ ਵੀ ਨਹੀਂ ਚਾਹਤ ਸੁਰੱਖਿਅਤ ਲਾਂਘੇ ਦੀ। ਤੈਨੂੰ ਤਾਂ ਬਸ ਹਮ ਵਤਨਾਂ ਦੀ ਰਾਖੀ ਦੀ ਤਾਂਘ। ਇੱਕ ਇੱਕ ਪਲ ਲੰਘਦਾ ਮੌਤ ਦੀ ਦਹਿਸ਼ਤ 'ਚ, ਪਰ ਤੇਰੇ ਚਿਹਰੇ 'ਤੇ ਨਾ ਖੌਫ ਨਾ ਸ਼ਿਕਨ। ਜਦ ਕੌਮ ਦੇ ਵਾਰਸ ਹੋਣ ਤੇਰੇ ਵਰਗੇ ਸਿਪਾ ਸਲਾਰ, ਸੂਰਮੇ ਹੱਸ ਹੱਸ ਕੇ ਦਿੰਦੇ ਦੇਸ਼ ਤੋਂ ਫਿਰ ਜਾਨਾਂ ਵਾਰ। ਕਿਰਤੀ ਬਾਬੇ ਦੇ ਮੁਰੀਦ, ਤੁਸੀਂ ਦੇਖਿਆ ਉਸ ਦਿਨ ਕਿ ਟਰੈਕਟਰ ਦੇ ਨਾਲ ਤੋਪ ਨੂੰ ਧੂ ਕੇ ਲੈ ਗਿਆ ਕਿਸਾਨ। ਔਰ ਮੈਨੂੰ ਲੱਗਿਆ ਕਿਸਾਨ ਜਿੱਥੇ ਮਰਜ਼ੀ ਹੋਣ, ਜਿਹੜੇ ਮਰਜ਼ੀ ਦੇਸ਼ 'ਚ ਹੋਣ, ਇੱਕੋ ਤਰ੍ਹਾਂ ਦੇ ਬਹਾਦਰ ਹੁੰਦੇ ਆ। ਕਿਰਤੀ ਬਾਬੇ ਦੇ ਮੁਰੀਦ ਤੇਰੇ ਸਿਪਾਹੀ, ਮੌਤ ਦੇ ਸਾਏ 'ਚ ਵੀ ਧੂਈ ਜਾ ਰਹੇ ਦੁਸ਼ਮਣ ਦੇ ਟੈਂਕ। ਵਾਹ ਕਿਰਤੀਓ ਤੁਹਾਡੇ ਜਜ਼ਬੇ ਨੂੰ ਸਲਾਮ। ਚੰਦਰੀ ਜੰਗ ਨੂੰ ਠੱਲਣ ਲਈ ਸੂਰਮਿਆਂ ਦੀ ਦਲੇਰੀ ਦੇਖੋ। ਬਨ ਕੇ ਜਿਸਮਾਂ 'ਤੇ ਬੰਬ ਉਡਾ ਰਹੇ ਆਪਣੇ ਹੀ ਪਰਖਚੇ। ਜ਼ਿਕਰ ਛਿੜੇਗਾ ਜਦ ਵੀ ਯੋਧਿਓ, ਕੋਈ ਅਰਥ ਨਹੀਂ ਰੱਖੇਗੀ ਹੋਈ ਜਿੱਤ ਹਾਰ। ਤੁਹਾਡੀ ਦੀਦਾ ਦਲੇਰੀ ਤੋਂ ਬਲਿਹਾਰ ਜਾਏਗਾ ਕੁੱਲ ਸੰਸਾਰ। ਕੋਹਾਂ ਦੂਰ ਅਸੀਂ ਤਾਂ ਸਹਿਮੇ ਬੈਠੇ, ਰੂਹ ਕੰਬ ਜਾਂਦੀ ਜਦ ਦੇਖਦੇ ਹਾਂ ਹੰਕਾਰੇ ਦੁਸ਼ਮਣ ਦਾ ਜਲਾਦ ਚਿਹਰਾ। ਬਾਰੂਦ ਨਾਲ ਢਹਿੰਦੀਆਂ ਇਮਾਰਤਾਂ, ਲਾਸ਼ਾਂ ਦੇ ਅੰਬਾਰ, ਕਿਸ ਤਰ੍ਹਾਂ ਦਾ ਖੂਨੀ ਮੰਜ਼ਰ। ਲਹੂ ਲਹਾਨ ਕਾਫਲੇ ਕਰ ਰਹੇ ਮੈਨੂੰ ਪਰੇਸ਼ਾਨ। ਹਾਏ ਕਿੰਨੀ ਭਿਆਨਕ ਅੱਜ ਦੀ ਜੀ ਭਿਆਣੀ ਹੋਰ ਰਾਤ। ਇੱਕ ਰਾਤ ਕੱਢਦੇ ਹਾਂ ਔਰ ਸੌਣ ਲੱਗੇ ਸੋਚਦੇ ਹਾਂ ਪਤਾ ਨਹੀਂ ਸਵੇਰ ਤੱਕ ਕੀ ਹੋ ਜਾਣਾ। ਇੰਨਾ ਦਰਦਨਾਕ ਵਰਤਾਰਾ ਜਿਹੜਾ ਹੈ ਯੁੱਧ ਦਾ ਅਸੀਂ ਦੇਖ ਰਹੇ ਹਾਂ। ਇਨਸਾਨੀਅਤ ਦਾ ਨਾਸ਼, ਹਾਏ ਮਨੁੱਖਤਾ ਦਾ ਘਾਤ। ਹੈਰਾਨ ਹਾਂ ਪਰੇਸ਼ਾਨ ਵੀ, ਅੱਜ ਕੁੱਲ ਆਲਮ ਰੱਤ ਪੀਣੇ ਜ਼ਾਲਮ ਨੂੰ ਕਿਉਂ ਨਹੀਂ ਦੇ ਰਿਹਾ ਮੂੰਹ ਤੋੜਵਾਂ ਜਵਾਬ। ਕਿਉਂ ਭੁੱਲ ਗਏ ਅਸੀਂ ਗੀਤਾ ਦਾ ਗਿਆਨ, ਕੀ ਸਾਡੀ ਚੁੱਪ ਨਹੀਂ ਦੇ ਰਹੀ ਪਾਪੀ ਦਾ ਸਾਥ। ਕਮਜ਼ੋਰ ਧਿਰ ਨਾਲ ਖੜਨ ਦਾ ਸਬਕ ਸਿਖਾਇਆ ਜਗਤ ਗੁਰੂ ਸਾਨੂੰ। ਕਿਉਂ ਭੁੱਲ ਗਏ ਵਿਸ਼ਵ ਗੁਰੂ ਦੇ ਸਿਧਾਂਤ। ਕਿਉਂ ਦੰਦਲ ਪੈ ਜਾਂਦੀ ਸਦਾ ਸਾਨੂੰ। ਕਿਉਂ ਨਹੀਂ ਕੁਸਕਦੇ ਸੱਤਾ ਦੇ ਭੁੱਖੇ ਤਾਨਾਸ਼ਾਹਾਂ, ਸੱਤਾ ਦੇ ਭੁੱਖੇ ਤਾਨਾਸ਼ਾਹਾਂ, ਹਥਿਆਰਾਂ ਦੇ ਤਾਜ਼ਰਾਂ, ਬਾਰੂਦ ਦੇ ਵੰਜਾਰਿਆਂ ਦੇ ਖਿਲਾਫ। ਕਿੱਥੇ ਗਈ ਅਮਨ ਸ਼ਾਂਤੀ ਸਦਭਾਵਨਾ, ਵਿਸ਼ਵ ਭਾਈਚਾਰੇ ਦੀ ਭਾਵਨਾ। ਕਿਉਂ ਜੰਗ ਦੀ ਬਲੀ ਚੜ੍ਹਦੇ ਸਦਾ ਬੇਗੁਨਾਹ। ਜ਼ਿੰਦਾ ਹਾਂ ਤਾਂ ਜ਼ਿੰਦਾ ਹੋਣ ਦਾ ਸਬੂਤ ਚਾਹੁੰਦੀ ਹਾਂ। ਜਾਇਜ਼ ਨਜਾਇਜ਼ ਦੀ ਬਹਿਸ ਦਾ ਅੱਜ ਨਹੀਂ ਵੇਲਾ। ਕਿਉਂ ਹੋਇਆ ਯੁੱਧ, ਕਿਹਦੀ ਗਲਤੀ ਆ ਵਕਤ ਨਹੀਂ ਹੈ ਇਹ ਗੱਲਾਂ ਸੋਚਣ ਵਿਚਾਰਨ ਦਾ। ਅਸੀਂ ਤਾਂ ਹਾਂ ਜੋ ਕੱਟੜ ਅਮਨ ਪਸੰਦ। ਅਸੀਂ ਤਾਂ ਕਰੀਏ ਮਾਨਵਤਾ ਦੇ ਘਾਣ ਦੇ ਖਿਲਾਫ ਆਵਾਜ਼ ਬੁਲੰਦ। ਜੰਗ ਤੋਂ ਵੀ ਵੱਡੇ ਕਿੰਨੇ ਸੁਲਗਦੇ ਮਸਲੇ ਅੱਜ ਕਰ ਰਹੇ ਸਵਾਲ। ਯਾ ਖੁਦਾ ਸਹੀ ਸਲਾਮਤ ਘਰ ਪਰਤਨ ਮੇਰੇ ਲਾਲ। ਬਿਲਕੁਲ ਹਰ ਇੱਕ ਮਾਂ ਬਾਪ ਦੇ ਮੈਂ ਕਹੂੰਗੀ ਇਸ ਵੇਲੇ ਇਹੀ ਚੱਲ ਰਿਹਾ ਕਿ ਸਾਡਾ ਬੱਚਾ ਜਿਹੜਾ ਹੈ ਸਹੀ ਸਲਾਮਤ ਘਰ ਵਾਪਸ ਪਰਤੇ। ਸੋ ਮੈਮ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਤੇ ਜਾਂਦੇ ਮੈਮ ਸਿੱਖਿਆ ਦੇ ਖੇਤਰ ਦੇ ਵਿੱਚ ਸਰਕਾਰ ਦੇ ਵੱਲੋਂ ਤੁਸੀਂ ਕੀ ਗੁਹਾਰ ਲਗਾ ਸਕਦੇ ਹੋ, ਕੀ ਕਹਿ ਸਕਦੇ ਹੋ, ਕਿਹੜੀਆਂ ਕਮੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ?
ਬਿਲਕੁਲ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਹੋਰ ਵੀ ਖਤਰਨਾਕ ਹੈ। ਮੇਰਾ ਇਹ ਹੈ ਕਿ ਹਾਇਰ ਐਜੂਕੇਸ਼ਨ ਜਿਹੜੀ ਹੈ ਇਹਦੇ 'ਤੇ ਸਰਕਾਰਾਂ ਨੂੰ ਧਿਆਨ ਦੇਣਾ ਬਣਦਾ ਆ। ਬਜਟ ਦਾ ਵੱਡਾ ਹਿੱਸਾ ਜਿਹੜਾ ਇਹਦੇ ਲਈ ਰੱਖਣ ਦੀ ਲੋੜ ਹੈ। ਅਧਿਆਪਕਾਂ ਦੀਆਂ ਬਹੁਤ ਸਾਰੀਆਂ ਕੈਟੇਗਰੀਜ਼ ਬਣ ਗਈਆਂ। ਜਦੋਂ ਅਸੀਂ ਪੜ੍ਹਦੇ ਸੀ ਟੀਚਰ ਸੀ ਅਤੇ ਟੀਚਰ ਰੱਬ ਸੀ, ਔਰ ਅੱਜ ਜਿਹੜਾ ਹੈ ਪਰਮਾਨੈਂਟ ਟੀਚਰ ਹੈ, ਕਵਰਡ, ਅਨਕਵਰਡ, ਕੰਟਰੈਕਟ, ਐਡਹੌਕ, ਗੈਸਟ ਫੈਕਲਟੀ। ਔਰ ਮੇਰੀ ਇਹੀ ਦਰਖਾਸਤ ਹੈ ਸਰਕਾਰਾਂ ਨੂੰ ਕਿ ਹਾਇਰ ਐਜੂਕੇਸ਼ਨ 'ਤੇ ਧਿਆਨ ਦਿੱਤਾ ਜਾਏ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਮੈਮ HSN TV ਦੇ ਨਾਲ ਜੁੜਨ ਦੇ ਲਈ। ਸ਼ੁਕਰੀਆ ਬਹੁਤ।